ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਆਨੰਦਪੁਰ ਸਾਹਿਬ ਜਾ ਰਿਹਾ ਉਧਰ ਹੋਲਾ ਮੁਹੱਲਾ ਦੇਖਣ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਅੱਜ ਅਸੀਂ ਜਾ ਰਹੇ ਹਾਂ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ। ਤੇ 1 ਮਾਰਚ ਨੂੰ ਸਟਾਰਟ ਹੋ ਜਾਂਦੇ ਇੱਥੇ ਹੋਲੇ ਮਹੱਲੇ, ਮਤਲਬ 4-5 ਦਿਨ ਜਿਹੜੇ ਉਹ ਚੱਲਦਾ ਵਾ, ਰੈਗੂਲਰ ਚੱਲਦਾ 4-5 ਦਿਨ। ਮਤਲਬ ਸੰਗਤ ਨੇ ਦੂਰੋਂ ਇਲਾਕਿਆਂ ਤੋਂ ਆਉਣਾ ਵਾ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਜਿੰਨੀਆਂ ਸੰਗਤਾਂ ਆਉਂਦੀਆਂ ਨਾ ਰਸਤੇ ਵਿੱਚ, ਤੁਸੀਂ ਇਹ ਵੇਖੋਗੇ ਜਿਹੜੀ ਵੀ ਸੰਗਤ ਆਊਗੀ ਰਸਤੇ 'ਚ ਇਹ ਵੇਖੋ ਕਿ ਲੰਗਰ ਹੀ ਲੰਗਰ ਜਿਹੜੇ ਆ ਉਹ ਲੱਗੇ ਹੋਏ ਆ। ਮਤਲਬ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿਹੜੇ ਲੰਗਰ ਲੱਗੇ ਆ। ਹਰ ਇੱਕ ਆਪਣੀ ਸ਼ਰਧਾ ਦੇ ਅਨੁਸਾਰ ਲੰਗਰ ਲਗਾ ਰਹੇ ਆ। ਤੇ ਆਉਣ ਵਾਲੀਆਂ ਸੰਗਤਾਂ ਨੂੰ ਸਹੂਲਤ ਹੋ, ਕਿਤੇ ਪਾਣੀ ਦਾ ਲੰਗਰ ਹੋ ਗਿਆ, ਕਿਤੇ ਆਪਣੇ ਰੋਟੀ ਦਾ, ਕਿਤੇ ਫਿਰ ਰੋਹ ਦਾ, ਪੀਜੇ ਦਾ, ਕਈ ਅਲੱਗ-ਅਲੱਗ ਤਰੀਕੇ ਦੇ ਜਿਹੜੇ ਲੰਗਰ ਆ ਨਾ ਰਸਤੇ ਵਿੱਚ ਲੱਗਦੇ ਆ। ਲੋਕੀ ਆਪਣੀ ਸ਼ਰਧਾ ਦੇ ਅਨੁਸਾਰ ਹਰ ਸਾਲ ਲਗਾਉਂਦੇ ਆ। ਤੇ ਇਸ ਸਾਲ ਸਾਨੂੰ ਵੀ ਮੌਕਾ ਮਿਲਿਆ ਜਾਣ ਦਾ। ਇਹ ਮੇਰੇ ਮਦਰ ਆ ਤੇ ਸਾਡੇ ਕੋਲ ਆਏ ਆ। ਤੇ ਅੱਜ ਅਸੀਂ ਇੱਥੋਂ ਜਾਣਾ ਆਨੰਦਪੁਰ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ। ਤੇ ਰਸਤੇ ਵਿੱਚ ਸੰਗਤਾਂ ਦੀ ਜਿਹੜੀ ਸ਼ਰਧਾ ਉਹ ਵੇਖਿਓ ਤੁਸੀਂ ਕਿੰਨੀ ਆ। ਤੇ ਅਸੀਂ ਸਾਰੇ ਤਿਆਰ ਹੋ ਗਏ ਆ, ਲੇਟ ਹੋ ਗਏ ਸੀ ਵੈਸੇ। ਤੇ ਹੁਣ ਚਲੋ ਆਪਾਂ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਨੰਦਪੁਰ ਸਾਹਿਬ ਜਾ ਰਹੇ ਆ। ਕਿਹੜੇ ਗੁਰੂ ਜੀ ਦਾ ਹੋਲਾ ਮਹੱਲਾ ਵਾ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ। ਗੁਰੂ ਗੋਬਿੰਦ ਸਿੰਘ ਜੀ ਦਾ। ਹਾਂ, ਉੱਥੇ ਆਨੰਦਪੁਰ ਸਾਹਿਬ ਦੇ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ ਵਾ। ਉੱਥੇ ਘੋੜਿਆਂ ਦੀਆਂ ਉਹ ਹੁੰਦੀਆਂ, ਦੌੜਾਂ ਹੁੰਦੀਆਂ ਵਾ, ਫਿਰ ਗੱਤਕਾ ਖੇਡਦੇ ਆ, ਫਿਰ ਹੋਲਾ, ਇੱਕ ਹੁੰਦੀ ਹੋਲੀ ਹੈ ਨਾ, ਇੱਕ ਹੋਲੀ ਹੁੰਦੀ ਜਿਹਦੇ ਵਿੱਚ ਰੰਗ ਰੁੰਗ ਲਾਉਂਦੇ ਆ। ਹੋਲੀ ਤੋਂ ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਉੱਥੇ ਹੋਲਾ ਮਹੱਲਾ ਖੇਡਿਆ ਸੀ। ਇਸ ਕਰਕੇ ਉਹਨਾਂ ਦੀ ਯਾਦ ਵਿੱਚ ਹੋਲਾ ਮਹੱਲਾ ਮਨਾਇਆ ਜਾਂਦਾ, ਜਿਹੜਾ ਕਿ ਹੋਲੀ ਤੋਂ ਅਗਲੇ ਦਿਨ ਹੁੰਦਾ। ਬਾਬਾ ਜੀ ਦਾ ਨਾਲ ਲੈ ਲਿਆ ਇਹਨਾਂ ਨੇ ਝੰਡਾ। ਤੇ ਗੱਡੀ ਤੇ ਲਗਾਓ, ਜਲਦੀ ਕਰੋ, ਆ ਜਾਓ ਜਲਦੀ। ਸਭ ਤੋਂ ਪਹਿਲਾਂ ਅਸੀਂ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਲੈ ਕੇ ਤੇ ਆਪਣੀ ਮੰਜ਼ਿਲ ਆਨੰਦਪੁਰ ਸਾਹਿਬ ਵੱਲ ਰਵਾਨਾ ਹੋਏ। ਤੇ ਸਾਰੇ ਜਾਣੇ ਤਿਆਰ ਹੋ ਗਏ। ਤੇ ਉਸ ਤੋਂ ਬਾਅਦ ਅਸੀਂ ਆਪਣੇ ਗੁਰੂ ਜੀ ਦਾ ਜਿਹੜਾ ਨਿਸ਼ਾਨ ਆ, ਜਿਹੜਾ ਕਿ ਸਾਡਾ ਖੰਡਾ, ਸਾਡੀ ਕੌਮ ਦਾ ਪ੍ਰਤੀਕ ਆ, ਅਸੀਂ ਉਹ ਆਪਣੇ ਗੱਡੀ ਦੇ ਅੱਗੇ ਲਗਾਇਆ। ਜਿਸ ਤਰ੍ਹਾਂ ਕਿ ਸਾਰੇ ਜਾਣੇ ਯਾਤਰਾ ਦੇ ਵਿੱਚ ਆਨੰਦਪੁਰ ਸਾਹਿਬ ਦੀ ਯਾਤਰਾ ਵਾਸਤੇ ਜਾ ਰਹੇ ਆ, ਤੇ ਉਹ ਅਸੀਂ ਲਗਾਉਣਾ ਸ਼ੁਰੂ ਕਰਤਾ। ਤੇ ਉਹ ਮੇਰੀ ਮਦਰ ਅਤੇ ਬੇਟਾ ਜਿਹੜਾ ਉਹ ਲਗਾ ਰਹੇ ਆ। ਤੇ ਫਿਰ ਅਸੀਂ ਲਗਾ ਕੇ ਤੇ ਤਿਆਰ ਹੋ ਗਏ ਆਪਣੀ ਯਾਤਰਾ ਵਾਸਤੇ। ਬੋਲੇ ਸੋ ਨਿਹਾਲ, ਦੇਖ ਤੇਗ पंथ की राज करेगा, आती रहे न कोए। ਅਸੀਂ ਆਪਣੀ ਯਾਤਰਾ ਜਿਹੜੀ ਉਹ ਸ਼ੁਰੂ ਕਰ ਲਈ ਆ ਆਨੰਦਪੁਰ ਸਾਹਿਬ ਦੀ। ਅਸੀਂ ਹੁਣ ਨਿਕਲ ਗਏ ਹਾਂ, ਰਸਤੇ ਦੇ ਵਿੱਚ ਜਾ ਰਹੇ ਹਾਂ। ਤੇ ਆਪਣੇ ਗੁਰੂ ਜੀ ਦਾ ਜਿਹੜਾ ਨਿਸ਼ਾਨ ਆ, ਜਿਹੜਾ ਸਾਡਾ ਖਾਲਸੇ ਦਾ ਨਿਸ਼ਾਨ ਆ, ਖੰਡਾ, ਤੇ ਆਨੰਦਪੁਰ ਸਾਹਿਬ ਦੀ ਯਾਤਰਾ ਜਿਹੜਾ ਵਾ ਉਹ ਅਸੀਂ ਬਾਬਾ ਜੀ ਦਾ ਫਲੈਗ ਜਿਹੜਾ ਲਗਾ ਲਿਆ ਵਾ। ਰਸਤੇ 'ਚ ਵੇਖੋ ਕਿੰਨੀ ਸ਼ਰਧਾ ਦੇ ਨਾਲ ਇਧਰੇ ਸਕੂਟਰਾਂ ਤੇ, ਸਾਈਕਲਾਂ ਤੇ, कारां ते गड्डियां ते लोकी जांदे हैं। यात्रा शुरू हुई और बहुत टाइम के बाद में जब आधा पौना घंटा निकल गया, रास्ते में बहुत सारे लंगर देखने को मिले। तो बहुत अच्छा लग रहा था ये देख के। रस्ते ਵਿੱਚ ਹੁਣ ਰੁਕ ਗਏ ਹੀ। ਇੱਥੇ ਸੰਗਤਾਂ ਨੇ ਲਗਾਇਆ ਰੋਹ ਦਾ ਲੰਗਰ। ਤੇ ਇੱਕ ਵਾਰੀ ਰੋਹ ਦਾ ਲੰਗਰ ਚਲੋ ਜਾ ਕੇ ਪੀ ਕੇ ਵੇਖੀਏ। ਸੇਵਾ ਬਤੇਰੀ ਕਰਦੇ ਆ ਲੋਕੀ। ਬੱਚੇ ਕਹਿੰਦੇ ਹੁਣ ਰੋਹ ਦਾ ਲੰਗਰ ਪੀਣਾ ਵਾ, ਤੇ ਅਸੀਂ ਹੁਣ ਰੋਹ ਦਾ ਲੰਗਰ ਪੀਣ ਵਾਸਤੇ ਇੱਥੇ ਰੁਕ ਗਏ ਆ। ਤੇ ਮਿਸਟਰ ਕਰਨ ਦੇ ਆਪਣੀ ਗੱਡੀ ਨੂੰ ਬੈਕ, ਕਿਉਂਕਿ ਅੱਗੇ ਲੈ ਕੇ ਪਹਿਲਾਂ ਭਜਾ ਕੇ ਗੱਡੀ। ਇਹਨਾਂ ਨੂੰ ਕਹਿੰਦੇ ਵੀ ਅਸੀਂ ਰੁਕ ਜਾਓ, ਲੰਗਰ ਛਕਣਾ ਵਾ ਅਸੀਂ ਰੋਹ ਦਾ। ਭਜਾ ਕੇ ਲੈ ਗਏ ਗੱਡੀ। ਹੁਣ ਬੈਕ ਹੋਣ ਦੀ ਗੱਡੀ ਦੇਖੋ। ਉਤਰੋ ਸੰਗਤੋ, ਰੋਹ ਦਾ ਲੰਗਰ ਆ ਗਿਆ ਜੇ। ਚਲੋ जाओ जी, छको लंगर। ਛਕੋ। ड्राइवर इत्थे बैठा। इधर देखो, ड्राइवर आ फड़ो थे ड्राइवर साहब। गन्ने दे रस दा लंगर, वाह जी, बहुत बहुत बढ़िया लगा देखकर। और पंजाब तो है ही ऐसी चीज़, ऐसी धरती जहाँ पर कोई भूखा नहीं मरता। ਤੇ ਸੰਗਤਾਂ ਹੋਲੇ ਮਹੱਲੇ ਤੋਂ ਬਹੁਤ ਟਾਈਮ ਪਹਿਲਾਂ ਹੀ ਜਿਹੜੀ ਆ ਉਹ ਲੰਗਰ ਦੀ ਤਿਆਰੀ ਸ਼ੁਰੂ ਕਰਦੇ ਨੇ। ਜਿਸ ਤਰ੍ਹਾਂ ਕਿ ਤੁਸੀਂ ਦੇਖ ਰਹੇ ਜੇ ਕਿ ਗੰਨੇ ਭਰਪੂਰ ਮਾਤਰਾ ਦੇ ਵਿੱਚ ਉੱਥੇ ਆਏ ਆ। ਤੇ ਗੰਨੇ ਦਾ ਰਸ ਜਿਹੜਾ ਵਾ ਲਗਾਤਾਰ 4-5 ਦਿਨ ਲਗਾਤਾਰ ਵਰਤ ਰਿਹਾ ਵਾ। ਤੇ ਅਸੀਂ ਵੀ ਉੱਥੇ ਪਹੁੰਚੇ। ਅਸੀਂ ਉੱਥੇ ਪਹੁੰਚ ਗਏ, ਫਿਰ ਗੰਨੇ ਦਾ ਰਸ ਪੀਤਾ। ਸਾਰੇ ਜਾਣੇ ਉਤਰ ਗਏ ਗੰਨੇ ਦਾ ਰਸ ਪੀਣ ਵਾਸਤੇ। ਤੇ ਉਸ ਤੋਂ ਬਾਅਦ ਫਿਰ ਅਸੀਂ ਆਪਣੇ ਅੱਗੇ ਮੰਜ਼ਿਲ ਵੱਲ ਚੱਲਦੇ ਗਏ। हाँ जी, ये जो जहाँ पर हम लोग रुके थे ना, इससे पहले भी इतने सारे लंगर थे और लंगर में बहुत सारी वैरायटी। मतलब आपको जो खाना है, जो आपको पसंद है, वो सारी चीज़ें यहाँ पर मिलेगी।
मैं हिंदी में इसलिए भी बता रहा हूँ क्योंकि हमने अपने पहले भी कई व्लॉग में ये बोला है कि जो पंजाब के लोग हैं उनको तो ये सारी चीज़ें पता है, बट बाहर के लोगों को बहुत कम जानकारी है इन सब के बारे में। तो इसके लिए मैं हिंदी में भी एक्सप्लेन करूँगा। गन्ने के रस को यहाँ पर बोलते हैं रो का लंगर, आई थिंक रो ही बोलते हैं मैडम जी, है ना? हाँ जी। तो ये जो यहाँ पर है ताजे ताजे गन्ने का रस मिल रहा था। हाँ जी, एक गल मैं और दस दिया, अगर मैं हिंदी में मैं भी बात करूँ तो ये मैं बोलना चाहती हूँ कि यहाँ पे जो लंगर गन्ने का रस जो चल रहा है वो बिल्कुल फ्री मिलता है, क्योंकि हमारे जो उधर दूसरे इलाके के जो लोग हैं जिनको पंजाबी समझ नहीं आती है वो हमें कई बार ये चीज़ पूछते हैं कि वहाँ पे जो आपने ये गन्ने का रस लगाया था उसके पैसे लगते हैं क्या। तो मैं अपने इस वीडियो के माध्यम से बता दूं कि यहाँ पे जितने भी लंगर लगे हैं उनकी कोई भी कॉस्ट नहीं देनी पड़ती है, बिल्कुल फ्री ऑफ कॉस्ट होते हैं। वो हमारे गुरु जी का एक प्रसाद है। हाँ जी, और ऐसे जो लंगर है वो होला मोहल्ला के टाइम पर काफ़ी दिन चलते हैं, 10-15 दिन लंगर लगे रहते हैं। संगत भर भर के गाड़ियों में आती है और आप बिलीव नहीं करेंगे कि भले करोड़ों में संगत आ जाए लेकिन वो लंगर कभी नहीं ख़त्म होता है, कभी नहीं। उस पर गुरु गोविंद सिंह जी की और हमारे गुरु नानक देव जी, उनका ये बोलते हैं ना कि लंगर को लेके बहुत बड़ा आशीर्वाद है। उनका 20 रुपए का जो लंगर है वो अभी भी चल रहा है। मुझे तो फर्स्ट टाइम मौका मिला यहाँ पर होला मोहल्ला का जो ये त्यौहार है ये देखने का, पहली बार मौका मिला है मुझे। ਤੇ ਇਹਨਾਂ ਨੂੰ ਬਹੁਤ ਵਧੀਆ ਲੱਗਾ ਇੱਥੇ ਆ ਕੇ। ਸੰਗਤਾਂ ਨੂੰ ਅਪੀਲ ਕਰਦੇ ਆ, ਸੰਗਤਾਂ ਨੂੰ ਬੇਨਤੀ ਕਰਦੇ ਆ ਕਿ ਉਹ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਵੇਖਣ ਵਾਸਤੇ ਇੱਥੇ ਜ਼ਰੂਰ ਆਓ ਤਾਂ ਕਿ ਗੁਰੂ ਸਾਹਿਬ ਦੀਆਂ ਤੁਹਾਨੂੰ ਖੁਸ਼ੀਆਂ ਪ੍ਰਾਪਤ ਹੋ ਸਕਣ। ਬਹੁਤ ਵਧੀਆ ਤੇ ਵੱਡੇ ਲੈਵਲ ਤੇ ਇੰਤਜ਼ਾਮ ਕੀਤਾ ਜਾਂਦਾ ਵਾ ਤੇ ਗੁਰੂ ਸਾਹਿਬ ਦੀਆਂ खुशियां प्राप्त करो। हाँ जी, ये देखिए लंगर जगह जगह पे लंगर लगे हुए हैं यहाँ पर। बहुत जगह पे संगत देखिए कैसे गाड़ियों में भर भर के, बाइक्स में। ਅਸੀਂ ਹੁਣ ਅਨੰਦਪੁਰ ਸਾਹਿਬ ਪਹੁੰਚਣ ਵਾਲੇ ਆ। ਅਨੰਦਪੁਰ ਸਾਹਿਬ ਇੱਥੋਂ 11 ਕਿਲੋਮੀਟਰ ਰਹਿ ਗਿਆ, ਲੇਕਿਨ ਰਸਤੇ ਵਿੱਚ ਲੰਗਰ ਇੰਨੇ ਜ਼ਿਆਦਾ ਸੀ ਨਾ ਕਿ ਰੁਕ ਰੁਕ ਕੇ ਅਗਰ ਬੰਦਾ ਜਾਊਗਾ, ਵੈਸੇ ਤਾਂ ਉੱਥੇ ਜਾਣ ਵਾਸਤੇ ਸਿਰਫ ਅੱਧਾ ਪੌਣਾ ਘੰਟਾ ਹੀ ਲੱਗਦਾ ਵਾ, ਲੇਕਿਨ ਗੁਰਦੁਆਰੇ ਦੇ ਮਤਲਬ ਜਿਹੜੇ ਲੰਗਰ ਲੱਗੇ ਹੋਏ ਸੀ ਉਹਨਾਂ ਦੇ ਵਿੱਚੋਂ ਲੰਘਦੇ ਹੋਏ ਅਸੀਂ, ਮੈਨੂੰ ਲੱਗਦਾ ਘੱਟੋ ਘੱਟ ਸਾਨੂੰ 2 ਘੰਟੇ 2-2.5-3 ਘੰਟੇ ਲੱਗ ਗਏ ਹੋਣੇ ਆ। ਤੇ ਇਹ 6 ਗੁਰੂ ਸਾਹਿਬਾਨ ਦੀ ਚਰਨ ਛੋਹ ਪ੍ਰਾਪਤ ਧਰਤੀ ਆ ਤੇ ਇੱਥੇ ਇਸ ਧਰਤੀ ਨੂੰ ਅਸੀਂ ਨਮਸਕਾਰ ਕਰਦੇ ਆ ਤੇ ਵਾਰ-ਵਾਰ ਜਾਂਦੇ ਆ। ਤੇ ਦੇਖੋ ਲੋਕੀ ਟਰੱਕਾਂ ਦੇ ਵਿੱਚ ਜਾਂਦੇ ਆ ਔਰ ਇਸ ਤੋਂ ਇਲਾਵਾ ਲੋਕੀ ਆਪਣੇ ਹੀ ਗੱਦੇ ਲੈ ਕੇ ਜਾਂਦੇ ਕਿ ਉੱਥੇ ਇੰਨਾ ਜ਼ਿਆਦਾ ਲੋਕ ਪਹੁੰਚ ਜਾਂਦੇ ਆ ਕਿ ਉੱਥੇ ਸੌਣ ਵਾਸਤੇ ਵੀ ਜਗ੍ਹਾ ਨਹੀਂ ਮਿਲਦੀ। ਭਾਵੇਂ ਕਿ ਉੱਥੇ ਬਹੁਤ ਵੱਡਾ ਇੰਤਜ਼ਾਮ ਕੀਤਾ ਹੁੰਦਾ ਲੇਕਿਨ ਫਿਰ ਵੀ ਲੋਕੀ ਆਪਣੇ ਨਾਲ ਗੱਦੇ, कंबल सब कुछ लेके जाते हैं। ये आ गया गुरुद्वारा साहब का मेन गेट। फाइनली मेन गेट क्रॉस किया हम लोगों ने। मेन गेट जैसे ही क्रॉस होता है उसके बाद में आपको लेफ्ट साइड में, राइट साइड में बहुत सारी पार्किंग बनी हुई मिलेगी। पार्किंग नंबर 1, पार्किंग नंबर 2, 3, 4, 5, 6, मतलब इतनी जगह गाड़ियों की पार्किंग है और सिस्टम बहुत अच्छा बनाया हुआ है। मतलब जगह जगह पे आपको जो पुलिस का इंतजाम है वो बहुत अच्छे से, जो प्रशासन है पंजाब का, जो पुलिस प्रशासन है, उन्होंने बहुत अच्छे से इंतजाम किया हुआ है। ये देखिए इस तरह जो देख रहा ਤੁਹਾਨੂੰ ਇਸੇ ਤਰ੍ਹਾਂ ਹੀ ਲੋਕ ਜਿਹੜੇ ਗੰਨਿਆਂ ਦੇ ਟਰੱਕ ਭਰ ਭਰ ਕੇ ਜਿਹੜੀਆਂ ਸੰਗਤਾਂ ਵਰਤਾ ਰਹੀਆਂ ਉਹਨਾਂ ਨੂੰ ਦੇ ਕੇ ਜਾਂਦੇ ਆ ਕਿ ਇਹ ਸਾਡੀ ਆਪਣੇ ਵੱਲੋਂ ਸੇਵਾ ਚ ਪਾ ਰਹੇ ਆ ਅਸੀਂ। ਤੇ ਇੰਨੇ ਵੱਡੇ ਸ਼ਰਧਾਲੂ ਜਿਹੜੇ ਪੰਜਾਬ ਦੀ ਧਰਤੀ ਦੇ ਉੱਤੇ ਰਹਿੰਦੇ ਆ ਤੇ ਪਰਮਾਤਮਾ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰੇ। ਤੇ ਇਸ ਤਰ੍ਹਾਂ ਦੇਖੋ ਹੁਣ ਇੱਥੇ ਆ ਕੇ ਟ੍ਰੈਫਿਕ ਜਾਮ ਹੋ ਗਈ। ਕਿਉਂ ਹੋਈ ਟ੍ਰੈਫਿਕ ਜਾਮ? ਕਿਉਂਕਿ ਅੱਗੇ ਬਹੁਤ ਜ਼ਿਆਦਾ ਟਰਾਲੀਆਂ, ਬਹੁਤ ਜ਼ਿਆਦਾ ਲੋਕ ਪਹੁੰਚ ਗਏ ਤੇ ਉੱਥੇ ਇਸ ਤੋਂ ਇਲਾਵਾ ਹੋਰ ਵੀ ਇੰਤਜ਼ਾਮ ਇਸ ਤਰ੍ਹਾਂ ਦੇ ਕੀਤੇ ਗਏ ਕਿ ਦਵਾਈਆਂ ਚਾਹੀਦੀਆਂ ਵਾ ਤੇ ਦਵਾਈਆਂ ਵਾਸਤੇ ਵੱਖਰਾ ਉੱਥੇ ਲੰਗਰ ਲੱਗਾ ਵਾ। हाँ जी, और उसके बाद में मतलब वहाँ से बिल्कुल गुरुद्वारे साहब से आगे जाके फिर हम लोग रिटर्न लेके वापस आए, क्योंकि बीच के जो सारे रास्ते थे वो अभी फ़िलहाल बंद किए हुए हैं। और वहाँ से आगे जैसे ही जाते आप देखिए रास्ते पे यहाँ तक कि जो टॉयलेट्स भी है वहाँ पर भी लोगों ने बहुत एकदम क्लीन टॉयलेट्स रखे हुए। रास्ते में बहुत सारे आपको टॉयलेट्स वगैरह भी दिखेंगे। मतलब हर तरह की फैसिलिटी वहाँ पर है कि आने वाली संगत को कोई प्रॉब्लम ना हो। पानी के जो टैंकर्स हैं, पानी के टैंकर्स भी वहाँ पर बहुत जगह जगह पर खड़े हैं। शुद्ध पानी, साफ़ पानी आपको वहाँ पर पीने के लिए मिलेगा। हर तरह की जो सुविधा, जो फैसिलिटीज़ है ना, वो यहाँ पर आपको मिलेगी। मतलब कभी भी किसी भी संगत को ये नहीं लगेगा कि वो किसी दूसरे या अनजान जगह पे आई है। ये देखिए पानी का कैसे इंतज़ाम किया गया है। सभी तरह की फैसिलिटी यहाँ पर है। और सबसे बड़ी बात यह है कि जैसे कई लोग नई गाड़ियाँ लेते हैं, कोई अपनी मन्नत मानते हैं, तो वो अपनी नई गाड़ी को लेकर यहाँ पर आते हैं
और जो संगत साथ में आती है ना, वो बिल्कुल फ्री सेवा होती है, किसी से कोई भी कॉस्ट या किसी भी तरह का कोई भी पैसा चार्ज नहीं किया जाता है। तो ये सब वाहिगुरु की कृपा से ही पॉसिबल हो पाता है। तो बहुत ज़्यादा क्राउड होता है, बट इतनी ज़्यादा क्राउड होने के बाद भी, जैसा कि मैंने पहले भी बोला कि प्रशासन ने इतना अच्छा इंतज़ाम किया है, मतलब बहुत सारी पार्किंग्स, बड़े बड़े मैदानों में पार्किंग्स बनी हैं और बहुत सिस्टमेटिकली दर्शन हो जाता है। तो फाइनली हम लोग को गुरुद्वारे की मेन पार्किंग तक हम पहुंच गए, जो बिल्कुल गुरुद्वारे साहब के बिल्कुल बाहर है। ये गुरुद्वारा ਸਾਹਿਬ ਜਿਹੜਾ ਵਾ ਕੇਸਗੜ੍ਹ ਸਾਹਿਬ ਆ, ਉਹਨਾਂ ਦੇ ਦਰਸ਼ਨ ਤੁਸੀਂ ਕਰੋ। ਇਹ ਤਖਤ ਸਾਡੇ ਤਖਤਾਂ ਦੇ ਵਿੱਚੋਂ 5 ਤਖਤਾਂ ਦੇ ਵਿੱਚੋਂ ਇੱਕ ਤਖਤ ਹੈ, ਤਖਤ ਸੱਚਖੰਡ ਸ਼੍ਰੀ ਕੇਸਗੜ੍ਹ ਸਾਹਿਬ, ਤੇ ਇਸ ਦੇ ਦਰਸ਼ਨ ਤੁਸੀਂ ਕਰੋ। ਸਾਨੂੰ ਇੱਥੇ ਪਾਰਕਿੰਗ ਦੀ ਜਗ੍ਹਾ ਲੱਭ ਰਿਹਾ ਸੀ, ਕਾਫੀ ਲੋਕ ਪਹੁੰਚ ਚੁੱਕੇ ਸੀ ਤੇ ਇੱਥੇ ਪਾਰਕਿੰਗ ਜਾ ਕੇ ਫਿਰ ਸਾਨੂੰ ਇੱਕ ਜਗ੍ਹਾ ਤੇ ਪਾਰਕਿੰग ਮਿਲੀ। हाँ जी, फाइनली फिर पार्किंग मिल गई हम लोग को, क्योंकि इतना बड़ा वो ग्राउंड था, बहुत ज़्यादा, मतलब उसमें कम से कम हज़ारों गाड़ियाँ वहाँ पर खड़ी हो जाएंगी। मेले भी लगे हुए हैं वहाँ पर, बहुत संगत, मतलब इतनी लाखों में संगत वहाँ पर इकट्ठी हुई है। तो फाइनली पार्किंग लगाने के बाद फिर जो मेन गुरुद्वारे की एंट्री थी, वो एंट्रांस में हम लोग पहुँचे। ਬਹੁਤ ਵਧੀਆ ਤਰੀਕੇ ਦੇ ਨਾਲ ਡੈਕੋਰੇਸ਼ਨ ਫੁੱਲਾਂ ਦੇ ਨਾਲ ਕੀਤੀ ਗਈ ਸੀ, ਕਿਉਂਕਿ ਗੁਰੂ ਸਾਹਿਬ ਦਾ ਦੇਣ ਤੇ ਅਸੀਂ ਕਦੀ ਦੇ ਨਹੀਂ ਸਕਦੇ। ਤੇ ਅਸੀਂ ਇਹ ਪਹੁੰਚ ਗਏ ਗੁਰਦੁਆਰੇ ਸਾਹਿਬ ਦੇ ਬਾਹਰ ਵਾਲੇ ਪਾਸੇ, ਜਿੱਥੇ ਪੂਰੀ ਡੈਕੋਰੇਸ਼ਨ ਅਲੱਗ-ਅਲੱਗ ਕਲਰ ਦੇ ਪਰਦੇ ਲੱਗੇ ਹੋਏ ਸੀ ਤੇ ਬੜੇ ਵਧੀਆ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਗਿਆ ਸੀ। ਅਸੀਂ ਅਜੇ ਦਿਨ ਦੇ ਟਾਈਮ ਪਹੁੰਚੇ ਸੀ, ਦਿਨ ਦੇ ਟਾਈਮ ਤੇ ਵੀ ਡੈਕੋਰੇਸ਼ਨ ਬਹੁਤ ਵਧੀਆ ਲੱਗਣ ਦੀ ਸੀ। ਰਾਤ ਦੇ ਟਾਈਮ ਤੇ, ਅਗਰ ਰਾਤ ਦੇ ਟਾਈਮ ਤੇ ਅਸੀਂ ਵੇਖੀਏ ਤੇ ਇਦਾਂ ਲੱਗਦਾ ਸੀ ਜਿਸ ਤਰ੍ਹਾਂ ਨਾ ਸਵਰਗ ਨੂੰ ਵੇਖਣ ਦੇ ਹੁੰਦੇ ਆ, ਤੇ ਸੱਚੀ ਮੁੱਚੀ ਉਹ ਸਵਰਗ ਹੀ ਆ। ਤੇ ਇਹ ਵੇਖੋ ਗੱਠੜੀ ਘਰ ਬਣੇ ਹੋਏ, ਜੇ ਕਿਸੇ ਕੋਈ ਦੂਰੋਂ ਆਏ ਉਹਨਾਂ ਕੋਲ ਸਮਾਨ ਜ਼ਿਆਦਾ, ਉੱਥੇ ਗੱਠੜੀ ਰੱਖਣ ਵਾਸਤੇ ਜਗ੍ਹਾ ਬਣਾਈ ਸੀ। ਫਿਰ ਅੱਗੇ ਅੱਗੇ ਲੋਕ ਵੱਧਦੇ ਜਾ ਰਹੇ ਆ ਮੱਥਾ ਟੇਕਣ ਵਾਸਤੇ। हाँ जी, क्राउड तो बहुत ज़्यादा था, बट इतना क्राउड होने के बाद भी, जैसा कि मैंने पहले कहा, कि आपको फील नहीं होगा कि किसी भी तरीके से आपको कोई भी प्रॉब्लम हुई है। मतलब हम लोग बहुत अच्छे से गए वहाँ पर, और सिस्टमेटिकली लोगों, मतलब बिल्कुल भी वहाँ पर धक्का मुक्की नहीं थी, कोई भी चीज़ नहीं थी, और संगत बहुत ही श्रद्धा से आराम से वहाँ पर दर्शन के लिए खड़ी थी। ਇਹ ਤਿਉਹਾਰ ਗੁਰੂ ਗੋਬਿੰਦ ਸਿੰਘ ਜੀ ਨੇ 1701 ਈਸਵੀ ਦੇ ਵਿੱਚ ਸ਼ੁਰੂ ਕੀਤਾ ਸੀ, ਤੇ ਇੱਥੇ ਘੋੜਿਆਂ ਦੀਆਂ ਦੌੜਾਂ, ਫਿਰ ਗੱਤਕੇ, ਫਿਰ ਤੀਰ ਅੰਦਾਜ਼ੀ, ਇਹ ਜਿਹੜੀ ਉਹ ਸੇਵਕਾਂ ਨੂੰ ਆਪਸ ਵਿੱਚ ਖਿਡਾਉਂਦੇ ਸੀ ਤਾਂ ਕਿ ਉਹ ਬਹਾਦਰੀ, ਉਹਨਾਂ ਵਿੱਚ ਬਹਾਦਰੀ ਪੈਦਾ ਕਰ ਸਕਣ, ਵੀਰਤਾ ਪੈਦਾ ਕਰ ਸਕਣ। ਤੇ ਉਸ ਤੋਂ ਬਾਅਦ ਅਸੀਂ ਜੋੜੇ ਘਰ ਦੇ ਵਿੱਚ ਪਹੁੰਚ ਗਏ। ਜੋੜੇ ਘਰ ਵਿੱਚ ਜਾ ਕੇ ਫਿਰ ਅਸੀਂ ਆਪਣੇ ਜੋੜੇ ਜਿਹੜੇ ਉਹ ਜਮ੍ਹਾਂ ਕਰਾਏ। तो वहाँ पर भी ऐसा है कि मतलब जोड़ा घर भी बहुत बड़ा बना हुआ है, और चलो ठीक है, हमारे दोनों जो बच्चे थे उन्होंने जोड़े वहाँ पर जाके खुद जमा कराए, और आपको एक टोकन भी मिलता है वहाँ पर, वो टोकन मिल जाएगा नंबर के अकॉर्डिंग कि कहाँ पर आपके जोड़े रखे गए। संगत बहुत दूर दूर से आई थी। अभी देखिए ये वाला बोर्ड लगा हुआ है जहाँ पर बाकी सारे गुरुद्वारों का डिस्टेंस लिखा गया है कि वो यहाँ से कितने दूर है, क्योंकि संगत आती है तो बाकी के गुरुद्वारों में भी दर्शन करने जाती है। तो यहाँ पर सारी जानकारी लिखी हुई है कि जो मेन गुरुद्वारे हैं वो यहाँ से आपको कितने दूर पड़ेंगे। ਔਰ ਇੱਥੇ ਅੰਮ੍ਰਿਤ ਸੰਚਾਰ ਬਾਰੇ ਵੀ ਉਹਨਾਂ ਨੇ ਦੱਸਿਆ ਵਾ, ਤੇ ਸਾਰੀਆਂ ਜਿਹੜੀਆਂ ਸੰਗਤਾਂ ਆਈਆਂ ਸੀ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਦੇ ਵੱਲੋਂ ਜੀ ਆਇਆਂ ਕਿਹਾ ਗਿਆ, ਤੇ ਬਹੁਤ ਵੱਡੇ ਲੈਵਲ ਤੇ ਇੰਤਜ਼ਾਮ ਕੀਤਾ ਗਿਆ। ਸੰਗਤਾਂ ਦੇ ਠਹਿਰਾਅ ਵਾਸਤੇ ਵੀ ਅਲੱਗ-ਅਲੱਗ ਪੰਡਾਲ ਲੱਗੇ, ਅਤੇ ਗੁਰਦੁਆਰਾ ਸਾਹਿਬ ਦੀ ਜਿਹੜੀ ਮੇਨ ਐਂਟਰੈਂਸ ਸੀ ਉਹਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ। ਤੇ ਫਿਰ ਅਸੀਂ ਵੱਧ ਗਏ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੱਚਖੰਡ ਵੱਲ। ਤੇ ਅਸੀਂ ਵੇਖਿਆ ਕਿ ਬਹੁਤ ਸਾਰੀਆਂ ਸੰਗਤਾਂ ਆਈਆਂ ਵਾ, ਤੇ ਸੰਗਤਾਂ ਨੂੰ ਬੜੇ ਹੀ ਪਿਆਰ ਤੇ ਅਦਬ ਦੇ ਨਾਲ ਉਹ ਅੱਗੇ ਮੱਥਾ ਟੇਕਣ ਲਈ ਵਧਾ ਰਹੇ ਸੀ, ਕਿਉਂਕਿ ਥੋੜੀਆਂ ਸੰਗਤਾਂ ਕਰਕੇ ਭੇਜ ਰਹੇ ਤਾਂ ਕਿ ਲੋਕ ਜਿਹੜੇ ਆ ਉਹ दर्शन कर गुरुद्वारे का इतिहास यहाँ पर पूरा लिखा गया है। अगर आप चाहो तो स्क्रीन को, इस वीडियो को स्टॉप करके पूरा इतिहास पढ़ सकते हैं कि यहाँ पर एक्चुअल इतिहास क्या है। इस स्थान ते गुरु गोबिंद सिंह जी ने 5 प्यारिਆਂ ਦੀ ਸਾਜਨਾ ਕੀਤੀ ਹੈ ਤੇ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ 5 ਪਿਆਰੇ ਜਿਹੜੇ ਸਾਡੇ ਧਰਮ ਦੇ ਵਿੱਚ ਸਿੱਖ ਧਰਮ 'ਚ ਹੋਏ ਆ, ਇੱਥੇ 5 ਪਿਆਰੇ ਸਾਜੇ ਉਹਨਾਂ ਨੇ, ਇਸ ਕਰਕੇ ਇਸ ਦਾ नाम तख्त श्री केसगढ़ साहिब है। हाँ जी, फाइनली हम लोग एंट्री पे पहुँच गए और वहाँ पर देखिए आप एंट्री में कैसे मतलब एक ना ग्रुप्स में लोग आगे बढ़ते हैं, मतलब थोड़े थोड़े ग्रुप्स में लोगों को रोका जाता है, उसके बाद में थोड़ा एक ग्रुप आगे जाता है और फिर उसके बाद एक ग्रुप उसके पीछे जाता है। तो बहुत सिस्टमेटिकली तरीके से बनाया हुआ है। ये देखिए, ये छोटा सा बच्चा वा, इन्हें गुरु साहब जी का चोला पाया वा ते माँ बाप दे
ਸੰਸਕਾਰ ਹੈ ਵੀ ਮਾਪੇ ਬੱਚਿਆਂ ਨੂੰ ਕਿਹੜੇ ਪਾਸੇ ਤੋਰਦੇ ਆ, ਉਹਨਾਂ ਨੂੰ ਸਿੱਖ ਇੱਕ ਛੋਟੇ ਜਿਹੇ ਨੂੰ टर्बन हाँ बंदी हुई जी, है तो फाइनली गुरुद्वारे के अंदर तो शूट नहीं कर सकते थे, लेकिन बहुत अच्छे तरीके से दर्शन हुए वहाँ पर, और दर्शन करके फाइनली हम लोग गुरुद्वारे के बाहर निकले। ਗੁਰਦੁਆਰੇ ਸਾਹਿਬ ਦੇ ਆਸ-ਪਾਸ ਦਾ ਤੁਹਾਨੂੰ ਸਾਰਾ ਦ੍ਰਿਸ਼ ਦਿਖਾ ਰਿਹਾ ਕਿ ਕਿਸ ਤਰ੍ਹਾਂ ਤਿਆਰੀ ਹੋ ਰਹੀ ਹੈ, ਕਿਸ ਤਰ੍ਹਾਂ ਸੰਗਤਾਂ ਆ ਰਹੀਆਂ ਵਾ, ਮੇਲੇ ਚੱਲਣ ਦੇ ਵਾ, ਦੇਖੋ ਸੰਗਤਾਂ ਆ ਰਹੀਆਂ ਵਾ। ਇਹ ਪੂਰਾ ਪਹਾੜਾਂ ਦੇ ਵਿੱਚ ਹਿਮਾਚਲ ਦੇ ਲਾਗੇ ਜਾ ਕੇ ਗੁਰਦੁਆਰਾ ਬਣਾਇਆ, ਤੇ ਇੱਥੋਂ ਹਿਮਾਚਲ बहुत थोड़ी ही दूरी ਤੇ ਰਹਿ ਜਾਂਦਾ। बहुत सुंदर माहौल, बहुत सुंदर दृश्य रहता है यहाँ से, और वो जो दृश्य था ना, वो जो सीन है, वो जो गुरुद्वारा है, वो जो शांति वहाँ पर मिली ना, वो सच में आपको कहीं नहीं मिल सकती। मतलब बहुत अच्छे, हम तो कहेंगे कि हमारे भाग्य इतने अच्छे रहे कि हम गए और वहाँ पर दर्शन हो गए, इतने भीड़ भाड़ के बाद भी। ਇਸੇ ਤਰ੍ਹਾਂ ਹੀ ਅਸੀਂ ਆਪਣੇ ਚੈਨਲ ਗਲੀ ਗਲੀ ਯਾਤਰਾ ਦੇ ਮਾਧਿਅਮ ਦੇ ਨਾਲ ਤੁਹਾਨੂੰ ਗੁਰਦੁਆਰਾ ਸਾਹਿਬ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਾਏ, ਤੇ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਬਾਰੇ ਉਹਨਾਂ ਨੂੰ ਹੋਰ ਨੋਟੀਫਿਕੇਸ਼ਨ ਮਿਲਦੀ ਰਹੇ। ਤੇ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।